10 days later, the tall, rustic-looking man appeared and inquired. Rustic looking ਹੁੰਦਾ ਪੇਂਡੂ ਦਿਖਣ ਵਾਲਾ। 10 ਦਿਨ ਬਾਅਦ ਇੱਕ ਲੰਮਾ ਪੇਂਡੂ ਦਿਖਣ ਵਾਲਾ ਵਿਅਕਤੀ ਉਸ ਦੁਕਾਨ ਤੇ ਆਂਦਾ ਹੈ ਅਤੇ ਪੁੱਛ ਪੜਤਾਲ ਕਰਦਾ ਹੈ, ਹੈਜ਼ ਦਾ ਪਿਕਚਰ ਬੀਨ ਫਰੇਮਡ, ਕੀ ਪਿਕਚਰ ਨੂੰ ਫਰੇਮ ਲੱਗ ਗਿਆ ਹੈ? ਆਈ ਵਾਸ ਪਾਸਿੰਗ ਬਾਏ, ਮੈਂ ਨੇੜਿਓਂ ਗੁਜ਼ਰ ਰਿਹਾ ਸੀ, ਐਂਡ ਥੌਟ, ਅਤੇ ਸੋਚਿਆ, ਆਈ ਕੁਡ ਕਲੈਕਟ ਇਟ ਇਫ ਇਟ ਵਾਸ ਰੈਡੀ, ਕਿ ਮੈਂ ਇਸ ਨੂੰ ਕਲੈਕਟ ਕਰ ਲਵਾਂ ਜੇ ਇਹ ਤਿਆਰ ਹੈ। Datta cast a side-face look at him and continued with his work. ਦੱਤਾ ਨੇ ਉਸ ਨੂੰ ਸਾਈਡ ਤੋਂ ਦੇਖਿਆ ਅਤੇ ਦੇਖ ਕੇ ਉਸਨੇ ਆਪਣਾ ਕੰਮ ਕਰਨਾ ਜਾਰੀ ਰੱਖਿਆ। I know I have come 4 days early. ਕਸਟਮਰ ਨੇ ਕਿਹਾ, ਹਾਂ ਮੈਨੂੰ ਪਤਾ ਹੈ ਕਿ ਮੈਂ 4 ਦਿਨ ਪਹਿਲਾਂ ਹੀ ਆ ਗਿਆ ਹਾਂ। ਦਾ ਕਸਟਮਰ ਗ੍ਰੀਨਡ ਨਰਵਸਲੀ। ਗ੍ਰੀਨ ਹੁੰਦਾ ਬਨਾਵਟੀ ਹਾਸਾ ਹੱਸਣਾ। ਸੋ ਦਾ ਕਸਟਮਰ ਗ੍ਰੀਨਡ ਨਰਵਸਲੀ। ਕਸਟਮਰ ਨੇ ਵਿਆਕੁਲ ਜਿਹਾ ਹੋ ਕੇ ਬਨਾਵਟੀ ਹਾਸਾ ਹੱਸਿਆ। ਵਿਲ ਇਟ ਬੀ ਰੈਡੀ ਬਾਈ ਟਿਊਜ਼ਡੇ, ਕੀ ਇਹ ਮੰਗਲਵਾਰ ਤੱਕ ਰੈਡੀ ਹੋ ਜਾਏਗੀ? Datta merely nodded without shifting attention from a tiny nail which he, with precise rhythmic strokes, was driving into a frame. Datta, ਜੋ ਕਿ ਇੱਕ ਫਰੇਮ ਦੇ ਵਿੱਚ ਸਟੀਕ ਅਤੇ ਤਾਲਬੱਧ ਕਿਸੇ ਕਿੱਲ ਨੂੰ ਠੋਕ ਰਿਹਾ ਸੀ, ਉਸ ਵੱਲੋਂ ਧਿਆਨ ਹਟਾਏ ਬਿਨਾ ਉਸਨੇ ਮਸਾਂ ਹੀ ਹਾਂ ਦੇ ਵਿੱਚ ਸਿਰ ਹਿਲਾਇਆ। But sensed the man's obsessive attachment to the photograph. ਪਰ ਨਾਲ ਹੀ ਉਸਨੇ ਉਸ ਵਿਅਕਤੀ ਦੀ ਫੋਟੋ ਦੇ ਪ੍ਰਤੀ ਅਟੈਚਮੈਂਟ ਜੋ ਕਿ ਪਾਗਲਪਨ ਦੀ ਹੱਦ ਤੇ ਸੀ ਉਹ ਵੀ ਮਹਿਸੂਸ ਕੀਤੀ। He told himself there would be trouble if he did not deliver the order on the promised date. ਉਸਨੇ ਆਪਣੇ ਆਪ ਨੂੰ ਕਿਹਾ ਕਿ ਇਸ ਤਰ੍ਹਾਂ ਤਾਂ ਬੜੀ ਮੁਸ਼ਕਲ ਹੋ ਜਾਏਗੀ ਜੇ ਉਹ ਨਿਰਧਾਰਿਤ ਤਰੀਕ ਤੇ ਆਰਡਰ ਨੂੰ ਡਿਲੀਵਰ ਨਾ ਕਰ ਪਾਇਆ। ਨੈਕਸਟ ਮਾਰਨਿੰਗ ਹੀ ਮੇਡ that his first job, keeping aside all the others. ਅਗਲੀ ਸਵੇਰ ਉਸਨੇ ਸਾਰੇ ਕੰਮਾਂ ਨੂੰ ਸਾਈਡ ਤੇ ਰੱਖ ਕੇ ਉਸ ਵਿਅਕਤੀ ਦੀ ਫੋਟੋ ਤੇ ਫਰੇਮ ਲਗਾਉਣ ਦਾ ਕੰਮ ਪਹਿਲਾਂ ਸ਼ੁਰੂ ਕੀਤਾ। The photograph was lying on a shelf among many others. ਉਹ ਤਸਵੀਰ ਸ਼ੈਲਫ ਉੱਤੇ ਹੋਰ ਦੂਜੀਆਂ ਤਸਵੀਰਾਂ ਦੇ ਵਿਚਕਾਰ ਪਈ ਸੀ। He took it, ਉਸਨੇ ਇਸ ਨੂੰ ਚੱਕਿਆ, and carefully kept it on a wooden plank on the floor. ਅਤੇ ਫਰਸ਼ ਉੱਤੇ ਪਏ ਲੱਕੜੀ ਦੇ ਤਖਤੇ ਉੱਤੇ ਉਸਨੇ ਉਸ ਤਸਵੀਰ ਨੂੰ ਬੜੀ ਸਾਵਧਾਨੀ ਦੇ ਨਾਲ ਰੱਖਿਆ। Then he looked for the pencil stub for marking the measurements. ਫਿਰ ਉਸਨੇ ਮਾਪ ਦੇ ਨਿਸ਼ਾਨ ਲਗਾਉਣ ਲਈ ਪੈਨਸਲ ਦਾ ਟੁਕੜਾ ਚੱਕਿਆ। As usual, ਹਮੇਸ਼ਾ ਦੀ ਤਰ੍ਹਾਂ, it was missing. ਇਹ missing ਸੀ, ਨਹੀਂ ਮਿਲ ਰਿਹਾ ਸੀ। He swept his hand all round him patiently. ਉਸਨੇ ਆਪਣਾ ਹੱਥ ਆਸ-ਪਾਸ ਬੜੀ ਬੇਸਬਰੀ ਦੇ ਨਾਲ ਫੇਰਿਆ। Scattering fragments of glass and wood. ਆਸ-ਪਾਸ ਪਏ ਕੱਚ ਦੇ ਟੁਕੜੇ ਅਤੇ ਲੱਕੜੀ ਦੇ ਟੁਕੜਿਆਂ ਨੂੰ ਖਿਲਾਰਦੇ ਹੋਏ। ਫਾਲਸ ਸ਼ੇਪਸ ਦੈਟ ਹੀ ਮਿਸਟੁਕ ਫॉर ਦ ਪੈਨਸਿਲ, ਕਿਉਂਕਿ ਉਹਦੇ ਆਸ-ਪਾਸ ਸਮਾਨ ਕਾਫੀ ਖਿਲਰਿਆ ਹੋਇਆ ਸੀ ਤੇ ਕਈ ਇਹੋ ਜਿਹੀਆਂ ਚੀਜ਼ਾਂ ਸਨ ਜਿਹੜੀਆਂ ਕਿ ਪੈਨਸਲ ਦੇ ਸ਼ੇਪ ਦੀਆਂ ਸਨ। ਸੋ ਪੈਨਸਲ ਦੇ ਆਕਾਰ ਦੀਆਂ ਚੀਜ਼ਾਂ ਜਿਨ੍ਹਾਂ ਨੂੰ ਕਿ ਉਹ ਪੈਨਸਲ ਹੀ ਸਮਝ ਰਿਹਾ ਸੀ, ਹੈਰਸਡ ਹਿਮ ਔਨ ਐਂਡ, ਉਹਨਾਂ ਚੀਜ਼ਾਂ ਨੇ ਉਸਨੂੰ ਬਹੁਤ ਪਰੇਸ਼ਾਨ ਕੀਤਾ। ਐਂਡ ਸਟੋਕਡ ਹਿਜ਼ ਐਂਗਰ, ਅਤੇ ਉਸਦਾ ਗੁੱਸਾ ਵਧਾ ਦਿੱਤਾ। ਫਰਸਟ੍ਰੇਟਡ ਇਨ all his attempts to find it, ਫਰਸਟ੍ਰੇਟ ਹੋ ਕੇ ਕਾਲਾ ਪੈ ਕੇ he finally stood up, ਉਹ ਅਖੀਰ ਖੜਾ ਹੋ ਗਿਆ। to shake the folds of his ਧੋਤੀ, ਆਪਣੀ ਧੋਤੀ ਦੇ ਪੱਲਿਆਂ ਨੂੰ ਹਿਲਾਉਣ ਲਈ। an ultimate move which generally yielded results, ਇਹ ਉਹ ਫਾਈਨਲ ਕਦਮ ਸੀ ਜਿਹਦੇ ਨਾਲ ਉਸ ਨੂੰ ਅਕਸਰ ਸਫਲਤਾ ਮਿਲ ਜਾਂਦੀ ਸੀ, ਭਾਵ ਗੁੰਮੀਆਂ ਹੋਈਆਂ ਚੀਜ਼ਾਂ ਲੱਭ ਪੈਂਦੀਆਂ ਸੀ। but he shook the folds so violently, ਪਰ ਉਸ ਨੇ ਧੋਤੀ ਦੇ ਪੱਲੇ ਇੰਨੀ ਜ਼ੋਰ ਨਾਲ ਹਿਲਾਏ that he upset a tin, ਕਿ ਉਸ ਨੇ ਇੱਕ ਨਾਲ ਪਏ ਹੋਏ ਪੇਂਟ ਦੇ ਟੀਨ ਦੇ ਡੱਬੇ ਨੂੰ ਅਪਸੈਟ ਕਰ ਦਿੱਤਾ, ਯਾਨੀ ਜ਼ਿਆਦਾ ਜ਼ੋਰ ਦੀ ਹਿਲਾ ਦਿੱਤਾ। containing white enamel paint, ਜੋ ਕਿ ਚਿੱਟੇ ਪੇਂਟ ਵਾਲਾ ਸੀ। and it landed right on the sacred photograph of the old man, ਤਾਂ ਉਹ ਉਸ ਬਜ਼ੁਰਗ ਦੀ ਪਵਿੱਤਰ ਤਸਵੀਰ ਦੇ ਉੱਤੇ ਹੀ ਲੈਂਡ ਹੋ ਗਿਆ, ਭਾਵ ਉਹ ਸਾਰਾ ਦਾ ਸਾਰਾ ਪੇਂਟ ਉਸ ਤਸਵੀਰ ਉੱਤੇ ਗਿਰ ਗਿਆ। emptying its thick slimy contents on it, ਅਤੇ ਉਹ ਸਾਰਾ ਗੂੜੇ ਅਤੇ ਚਮਕੀਲੇ ਪੇਂਟ ਦਾ ਡੱਬਾ ਉਸੇ ਹੀ ਤਸਵੀਰ ਤੇ ਪਲਟ ਗਿਆ।
ਦੱਤਾ ਸਟੂਡ ਟ੍ਰਾਂਸਫਿਕਸਡ। ਦੱਤਾ ਇਹ ਦੇਖ ਕੇ ਉੱਥੇ ਅਡੋਲ ਬਿਨਾਂ ਹਿਲੇ ਜੁਲੇ ਹੱਕਾ ਬੱਕਾ ਹੋ ਕੇ ਖੜ ਗਿਆ ਐਂਡ ਸਟੇਅਰਡ ਐਟ ਦਾ ਡਿਜ਼ਾਸਟਰ ਐਟ ਹਿਸ ਫੀਟ, ਅਤੇ ਉਸਨੇ ਆਪਣੇ ਕਦਮਾਂ ਦੇ ਵਿੱਚ ਹੋਈ ਤਬਾਹੀ ਨੂੰ ਤੱਕਿਆ। ਐਜ਼ ਇਫ ਹੀ ਹੈਡ ਸਡਨਲੀ ਲੋਸਟ ਆਲ ਫੈਕਲਟੀ ਆਫ ਮੂਵਮੈਂਟ। ਫੈਕਲਟੀ ਹੁੰਦੀ ਹੈ ਸਮਰੱਥਾ, ਕਿ ਜਿੱਦਾਂ ਅਚਾਨਕ ਉਸ ਦੇ ਅੰਦਰ ਹਿੱਲਣ ਜੁਲਣ ਦੀ ਸਮਰੱਥਾ ਇੱਕਦਮ ਗਵਾਚ ਗਈ ਹੋਵੇ, ਖਤਮ ਹੋ ਗਈ ਹੋਵੇ। ਹੀ couldn't bring himself even to avert his eyes। ਉਹ ਆਪਣੀਆਂ ਅੱਖਾਂ ਨੂੰ ਇਸ ਨਜ਼ਾਰੇ ਤੋਂ ਦੂਰ ਕਰਨ ਵਿੱਚ ਵੀ ਅਸਮਰੱਥ ਫੀਲ ਕਰ ਰਿਹਾ ਸੀ, ਭਾਵ ਆਪਣੀਆਂ ਅੱਖਾਂ ਨੂੰ ਉਹ ਦੂਰ ਨਹੀਂ ਲੈ ਕੇ ਜਾ ਪਾ ਰਿਹਾ ਸੀ। From the horror which he seemed to be cruelly forced to view। ਇਦਾਂ ਲੱਗ ਰਿਹਾ ਸੀ ਕਿ ਜਿੱਦਾਂ ਉਸ ਦੀਆਂ ਅੱਖਾਂ ਉਹਦੇ ਸਾਹਮਣੇ ਇੱਕ ਡਰਾਵਣੇ ਦ੍ਰਿਸ਼ ਨੂੰ ਦੇਖਣ ਲਈ ਬਹੁਤ ਭਿਆਨਕ ਤਰੀਕੇ ਦੇ ਨਾਲ ਮਜਬੂਰ ਹੋ ਗਈਆਂ ਹੋਣ। Then his spectacles clouded with perspiration। perspiration ਹੁੰਦਾ ਪਸੀਨਾ। ਫਿਰ ਉਸ ਦੀ ਘਬਰਾਹਟ ਦੇ ਵਿੱਚ ਨਿਕਲਿਆ ਹੋਇਆ ਪਸੀਨਾ ਉਸ ਦੀ ਐਨਕ ਤੇ ਆ ਗਿਆ and helpfully screened his vision। ਅਤੇ ਉਸ ਪਸੀਨੇ ਦੀ ਮਦਦ ਦੇ ਨਾਲ ਉਸ ਦੀ ਐਨਕ ਦੇ ਸ਼ੀਸ਼ੇ ਤੇ ਇੱਕ ਸਕਰੀਨਿੰਗ ਹੋ ਗਈ, ਭਾਵ ਇੱਕ ਪਰਤ ਜੰਮ ਗਈ ਜਿਹਦੇ ਨਾਲ ਉਸ ਨੂੰ ਅੱਗੇ ਦਿਖਣਾ ਬੰਦ ਹੋ ਗਿਆ। When at last he fully recovered his senses। ਜਦੋਂ ਅਖੀਰ ਉਹ ਆਪਣੀ ਪੂਰੀ ਹੋਸ਼ ਹਵਾਸ ਵਿੱਚ ਵਾਪਸ ਆਇਆ, he set about rescuing the picture। ਉਹ ਉਸ ਪਿਕਚਰ ਨੂੰ ਬਚਾਉਣ ਵਿੱਚ ਰੁੱਝ ਗਿਆ। In such a desperate hurry। ਉਹ ਇੰਨੀ ਨਿਰਾਸ਼ਾ ਦੇ ਵਿੱਚ ਕਾਹਲੀ ਦੇ ਨਾਲ ਸ਼ੁਰੂ ਹੋ ਗਿਆ that he made a worse mess of it। ਕਿ ਉਸਨੇ ਉਹ ਪਿਕਚਰ ਨੂੰ ਪਹਿਲੇ ਨਾਲੋਂ ਵੀ ਜ਼ਿਆਦਾ ਵਿਗਾੜ ਦਿੱਤਾ। He rubbed the picture so hard with a cloth। ਉਸਨੇ ਕੱਪੜੇ ਦੇ ਨਾਲ ਉਹ ਪਿਕਚਰ ਨੂੰ ਇੰਨੀ ਜ਼ੋਰ ਨਾਲ ਘਿਸਿਆ that he peeled off thin strips of filmy coating from its surface। ਤਾਂ ਉਸ ਪਿਕਚਰ ਦੇ ਉੱਪਰ ਚੜੀ ਹੋਈ ਉਸ ਤਸਵੀਰ ਦੀ ਫਿਲਮ ਦੀ ਜੋ ਪਰਤ ਸੀ ਉਸਨੇ ਉਸ ਨੂੰ ਹੀ ਛਿੱਲ ਦਿੱਤਾ, ਲਾ ਦਿੱਤਾ from its surface, ਉਸ ਦੀ ਸਤ੍ਹਾ ਤੋਂ। Before he realized what he had done। ਇਸ ਤੋਂ ਪਹਿਲਾਂ ਕਿ ਉਸ ਨੂੰ ਪਤਾ ਚੱਲਦਾ ਕਿ ਉਹ ਕੀ ਕਰ ਚੁੱਕਾ ਸੀ, half the old man's face and nearly all of his turban were gone। ਉਸ ਬਜ਼ੁਰਗ ਦਾ ਅੱਧਾ ਚਿਹਰਾ ਅਤੇ ਲਗਭਗ ਸਾਰੀ ਪਗੜੀ ਜਾ ਚੁੱਕੀ ਸੀ। ਦੱਤਾ helplessly looked at the venerable elder transformed into thick black sticking to the enamel smeared on the rag in his hand। ਦੱਤਾ ਨੇ ਮਜਬੂਰ ਹੋ ਕੇ ਉਸ ਆਦਰਯੋਗ ਸਤਿਕਾਰਯੋਗ ਬਜ਼ੁਰਗ ਨੂੰ ਦੇਖਿਆ ਜੋ ਕਿ ਹੁਣ ਉਸ ਦੇ ਹੱਥ ਵਿੱਚ ਫੜੇ ਹੋਏ ਪੇਂਟ ਨਾਲ ਲਿਪਤ ਕੱਪੜੇ ਦੇ ਉੱਤੇ ਹੁਣ ਉਹ ਕਾਲੀ ਸਿਆਹੀ ਵਾਂਗੂ ਲਿਪਤ ਹੋ ਚੁੱਕਾ ਸੀ। He sat with both hands clutching his head। ਉਹ ਆਪਣੇ ਦੋਨਾਂ ਹੱਥਾਂ ਨਾਲ ਸਿਰ ਨੂੰ ਫੜ ਕੇ ਬੈਠ ਗਿਆ। Every nerve in his head throbbed। ਉਸਦੇ ਸਿਰ ਦੀ ਇੱਕ ਇੱਕ ਨਾੜੀ ਜ਼ੋਰ-ਜ਼ੋਰ ਨਾਲ ਧੜਕੀ, ਕੰਬ ਗਈ, ਡਰ ਗਈ, as if it would tear itself apart if he did not hold it down। ਉਹਨੂੰ ਇਦਾਂ ਲੱਗਿਆ ਕਿ ਜੇ ਉਸਨੇ ਜ਼ੋਰ ਦੇ ਨਾਲ ਆਪਣੀਆਂ ਨਾੜੀਆਂ ਨੂੰ ਨਾ ਫੜਿਆ ਤੇ ਹੋ ਸਕਦਾ ਉਹ ਨਾੜੀਆਂ ਇੰਨੇ ਪ੍ਰੈਸ਼ਰ ਦੇ ਨਾਲ ਆਪਣੇ ਆਪ ਨੂੰ ਪਾੜ ਹੀ ਦੇਣ। What answer was he going to offer to the customer? ਉਹ ਹੁਣ ਸੋਚਣ ਲੱਗ ਪਿਆ ਕਿ ਉਹ ਹੁਣ ਉਸ ਕਸਟਮਰ ਨੂੰ ਕਿਹੜਾ ਜਵਾਬ ਦੇਣ ਜਾ ਰਿਹਾ ਸੀ who had a fanatic devotion to the photograph। ਜਿਸ ਵਿੱਚ ਕਿ ਉਸ ਫੋਟੋਗ੍ਰਾਫ ਦੇ ਪ੍ਰਤੀ ਕੱਟੜਤਾ ਦੇ ਨਾਲ ਸਮਰਪਣ ਭਾਵ ਸੀ। He had just mutilated beyond recovery। ਜਿਹੜੀ ਫੋਟੋ ਨੂੰ ਉਸਨੇ ਬਹੁਤ ਬੁਰੀ ਤਰ੍ਹਾਂ ਵਿਗਾੜ ਦਿੱਤਾ ਸੀ, ਜਿਸ ਦੀ ਕਿ ਹੁਣ ਰਿਕਵਰੀ ਵੀ ਨਹੀਂ ਹੋ ਸਕਦੀ ਸੀ। His imagination ran wild। ਉਹਦੀ ਸੋਚ ਬਹੁਤ ਜੰਗਲੀ ਹੋ ਗਈ, ਭਾਵ ਬੁਰਾ ਸੋਚਣ ਲੱਗ ਪਿਆ। Suggesting nightmarish consequences। ਉਸ ਨੂੰ ਬੁਰੇ ਖਾਬ ਵਾਲੇ ਨਤੀਜੇ ਦਿਖਣ ਲੱਗ ਪਏ to his own dear self and to the fragile inflammable shop। ਉਹ ਬੁਰੇ ਸੁਪਨੇ ਕਿਹਦੇ ਬਾਰੇ ਆਉਣ ਲੱਗੇ? ਆਪਣੇ ਬਾਰੇ ਅਤੇ ਆਪਣੀ ਦੁਕਾਨ ਬਾਰੇ। ਉਹਨੂੰ ਲੱਗਿਆ ਕਿ ਉਹ ਕਸਟਮਰ ਜਿਹਦੀ ਇੰਨੀ ਕੱਟੜਤਾ ਦੇ ਨਾਲ ਉਸ ਫੋਟੋ ਪ੍ਰਤੀ ਡਿਵੋਸ਼ਨ ਸੀ, ਇਹ ਸੁਣ ਕੇ ਕਿ ਉਸ ਦੀ ਫੋਟੋ ਖਰਾਬ ਹੋ ਗਈ ਹੈ, ਉਹ ਮੇਰੇ ਨਾਲ ਕੁੱਟਮਾਰ ਨਾ ਕਰੇ ਤੇ ਮੇਰੀ ਜੋ ਸ਼ੋਪ ਲੱਕੜ ਦੀ ਬਣੀ ਹੋਈ ਹੈ ਉਸ ਨੂੰ ਉਹ ਅੱਗ ਨਾ ਲਗਾ ਦੇ। ਇਹੋ ਜਿਹੀ ਭਿਆਨਕ ਥਿੰਕਿੰਗ ਉਹਦੇ ਦਿਮਾਗ 'ਚ ਆਉਣੀ ਸ਼ੁਰੂ ਹੋ ਗਈ। He racked his brain for a long while। ਉਸਨੇ ਕਾਫੀ ਦੇਰ ਤੱਕ ਆਪਣਾ ਦਿਮਾਗ ਲੜਾਇਆ till sheer exhaustion, ਜਦ ਤੱਕ ਕਿ ਉਹ ਪੂਰੀ ਤਰ੍ਹਾਂ ਥੱਕ ਨਹੀਂ ਗਿਆ। Calmed
his agitated nerves ਅਤੇ ਉਸ ਥਕਾਵਟ ਨੇ ਉਸ ਦੀਆਂ ਤੇਜ਼ ਚਲਦੀਆਂ ਹੋਈਆਂ ਨਰਵਸ ਨੂੰ calm down ਨਹੀਂ ਕਰਤਾ, ਸ਼ਾਂਤ ਨਹੀਂ ਕਰਤਾ and made him accept situation with a hopeless resignation ਅਤੇ ਬਹੁਤ ਜ਼ਿਆਦਾ ਕੋਸ਼ਿਸ਼ਾਂ ਤੋਂ ਬਾਅਦ ਆਈ ਹੋਈ ਸ਼ਾਂਤੀ ਨੇ ਉਸ ਨੂੰ ਉਸ ਨਿਰਾਸ਼ਾ ਵਾਲੀ ਸਥਿਤੀ ਦੇ ਅੱਗੇ ਆਤਮ ਸਮਰਪਣ ਕਰਨ ਲਈ ਮਜਬੂਰ ਨਹੀਂ ਕਰ ਦਿੱਤਾ। Meanwhile ਉਸੇ ਸਮੇਂ ਦੌਰਾਨ the plethora means ਢੇਰ ਜਾਂ ਜਿਸ ਚੀਜ਼ ਦੀ ਬਹੁਤ ਜ਼ਿਆਦਾ ਮਾਤਰਾ ਹੋਵੇ। The plethora of gods, saints and images gazed down at him। ਤਾਂ ਦੀਵਾਰ ਤੇ ਲੱਗੀਆਂ ਹੋਈਆਂ ਬਹੁਤ ਸਾਰੀਆਂ ਦੇਵੀ ਦੇਵਤਿਆਂ ਦੀਆਂ ਤਸਵੀਰਾਂ, ਸੰਤਾਂ ਮਹਾਤਮਾ ਦੀਆਂ ਤਸਵੀਰਾਂ ਉਸ ਵੱਲ ਨੀਚੇ ਦੇਖ ਰਹੀਆਂ ਸਨ। From the walls with a transcendental smile, ਇੱਕ ਅਲੌਕਿਕ ਮੁਸਕਰਾਹਟ ਦੇ ਨਾਲ and seemed ਅਤੇ ਅਜਿਹਾ ਪ੍ਰਤੀਤ ਹੁੰਦਾ ਸੀ to offer themselves to him to pray ਕਿ ਉਹ ਆਪਣੇ ਆਪ ਨੂੰ ਆਫਰ ਕਰ ਰਹੀਆਂ ਹੋਣ ਕਿ ਹਾਂ ਹੁਣ ਤੂੰ ਸਾਡੇ ਅੱਗੇ ਅਰਦਾਸ ਕਰ। With a fervent appeal in his heart he started at them। ਤਾਂ ਉਸਨੇ ਉਹਨਾਂ ਦੇਵੀ ਦੇਵਤਿਆਂ, ਸੰਤਾਂ ਮਹਾਤਮਾ ਅੱਗੇ ਬਹੁਤ ਉਤਸ਼ਾਹੀ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ। In his state of mind, ਜਿਸ ਤਰ੍ਹਾਂ ਉਸਦੀ ਦਿਮਾਗ ਦੀ ਹਾਲਤ ਸੀ, it did not register for quite a while that a particular photograph of a person on the wall had held his attention rather more than it was qualified to do। ਉਸਨੂੰ ਲੱਗਿਆ ਕਿ ਦੀਵਾਰ ਤੇ ਲੱਗੀ ਹੋਈ ਇੱਕ ਤਸਵੀਰ ਜੋ ਕਿ ਉਸਦਾ ਧਿਆਨ ਬਾਕੀ ਤਸਵੀਰਾਂ ਨਾਲੋਂ ਜ਼ਿਆਦਾ ਆਪਣੇ ਵੱਲ ਖਿੱਚ ਰਹੀ ਸੀ, ਹਾਲਾਂਕਿ ਉਸ ਵਿੱਚ ਕੋਈ ਇੰਨੀ ਖਾਸ ਗੱਲ ਵੀ ਨਹੀਂ ਸੀ, ਉਹ ਇੰਨੀ ਕੁਆਲੀਫਾਈਡ ਨਹੀਂ ਸੀ ਕਿ ਉਹਦੇ ਵੱਲ ਇੰਨੀ ਜ਼ਿਆਦਾ ਦੇਰ ਦੇਖਿਆ ਜਾ ਸਕੇ। It was an ordinary portrait of a middle-aged man। ਇੱਕ ਆਮ ਜੀ ਤਸਵੀਰ ਸੀ ਜੋ ਕਿ ਇੱਕ ਅਧਖੜ ਉਮਰ ਦੇ ਵਿਅਕਤੀ ਦੀ ਸੀ। In a dark suit and stripped tie, ਜਿਸਨੇ ਕਿ ਗੂੜੇ ਰੰਗ ਦਾ ਸੂਟ ਪਾਇਆ ਹੋਇਆ ਸੀ ਅਤੇ ਧਾਰੀਦਾਰ ਟਾਈ ਪਾਈ ਹੋਈ ਸੀ। Resting his right arm jauntily, ਜਿਸਨੇ ਕਿ ਆਪਣੀ ਸੱਜੀ ਬਾਂਹ ਬੜੀ ਖੁਸ਼ੀ-ਖੁਸ਼ੀ on a studio prop, ਕਿ ਜਿਸ ਤਰ੍ਹਾਂ ਸਟੂਡੀਓ ਦੇ ਵਿੱਚ ਫੋਟੋ ਖਿਚਾਉਣ ਜਾਈਏ ਤਾਂ ਉੱਥੇ ਕਈ ਤਰ੍ਹਾਂ ਦੇ ਪ੍ਰੋਪਸ ਪਏ ਹੁੰਦੇ ਨੇ, ਕਈ ਤਰ੍ਹਾਂ ਦੇ ਆਬਜੈਕਟਸ, ਚੀਜ਼ਾਂ ਪਈਆਂ ਹੁੰਦੀਆਂ ਜਿਨ੍ਹਾਂ ਦੇ ਨਾਲ ਫੋਟੋ ਖਿਚਵਾਉਣ ਵਾਲੇ ਖੜ ਕੇ ਫੋਟੋ ਖਿਚਵਾਉਂਦੇ ਹਨ, ਸੋ ਉਸ ਨੂੰ ਕਹਿੰਦੇ ਹਨ ਸਟੂਡੀਓ ਪ੍ਰੋਪ। ਸੋ ਉਸਨੇ ਆਪਣੀ ਸੱਜੀ ਬਾਂਹ ਖੁਸ਼ੀ-ਖੁਸ਼ੀ ਉਸ ਸਟੂਡੀਓ ਪ੍ਰੋਪ ਤੇ ਰੱਖੀ ਹੋਈ ਸੀ ਤੇ ਉਹ ਸਟੂਡੀਓ ਪ੍ਰੋਪ ਕਿਹੋ ਜਿਹਾ ਸੀ? ਮੇਡ ਟੂ ਲੁੱਕ ਲਾਈਕ ਅ ਫਲੂਟਡ ਰੋਮਨ ਪਿਲਰ, ਤੇ ਉਦਾਂ ਦਾ ਲੱਗ ਰਿਹਾ ਸੀ ਕਿ ਜਿੱਦਾਂ ਪੁਰਾਣੀ ਰੋਮ ਦੇਸ਼ ਦੀ ਸੰਸਕ੍ਰਿਤੀ ਵਿੱਚ ਪਿਲਰ ਭਾਵ ਸਤੰਭ ਮਿਲਦੇ ਹਨ, ਇਹ ਉਸ ਤਰ੍ਹਾਂ ਦਾ ਲੱਗ ਰਿਹਾ ਸੀ ਜਿਸ ਦਾ ਆਕਾਰ ਫਲੂਟਡ ਸੀ, ਭਾਵ ਇਹ ਬਾਂਸਰੀ ਵਰਗਾ ਲੱਗ ਰਿਹਾ ਸੀ। Datta was amazed to see that he had a faint likeness to the late lamented old man। ਦੱਤਾ ਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਉਸ ਤਸਵੀਰ ਦੇ ਵਿੱਚ ਜੋ ਵਿਅਕਤੀ ਨਜ਼ਰ ਆ ਰਿਹਾ ਸੀ ਉਸ ਦਾ ਚਿਹਰਾ ਉਸ ਸਵਰਗਵਾਸੀ ਬਜ਼ੁਰਗ ਦੇ ਨਾਲ ਕਾਫੀ ਮਿਲਦਾ ਜੁਲਦਾ ਸੀ। The more he gazed at the face, ਜਿੰਨਾ ਉਹ ਉਸ ਦੇ ਚਿਹਰੇ ਵੱਲ ਦੇਖਦਾ ਗਿਆ, the more convincing it appeared to him, ਉਹਨਾਂ ਹੀ ਇਸ ਨੂੰ ਇੱਕ ਕਨਵਿੰਸਿੰਗ ਲੱਗਣ ਲੱਗਿਆ, ਭਾਵ ਉਹ ਇਸ ਨੂੰ ਮੰਨਣ ਲੱਗ ਗਿਆ ਕਿ ਹਾਂ ਇਸ ਦੀ ਸ਼ਕਲ ਕਾਫੀ ਮਿਲਦੀ ਜੁਲਦੀ ਹੈ। But he dismissed the odd resemblance he saw as one of those tricks of a thoroughly fagged out mind। ਪਰ ਉਸ ਨੂੰ ਇਹ ਜੋ odd resemblance ਲੱਗ ਰਹੀ ਸੀ, ਭਾਵ ਇੱਕ ਬੇਤੁਕੀ ਸਮਾਨਤਾ ਉਸ ਨੂੰ ਲੱਗ ਰਹੀ ਸੀ ਇਹਨਾਂ ਦੋਨਾਂ ਤਸਵੀਰਾਂ ਵਿੱਚ, ਤਾਂ ਉਸ ਨੂੰ ਲੱਗਿਆ ਕਿ ਕੰਪਲੀਟਲੀ ਜੋ ਉਸ ਦਾ ਦਿਮਾਗ ਥੱਕ ਗਿਆ ਹੈ, ਉਹ ਥੱਕਿਆ ਹੋਇਆ ਦਿਮਾਗ ਉਸ ਨਾਲ ਖੇਡਾਂ ਖੇਡ ਰਿਹਾ ਹੈ ਅਤੇ ਦੋ ਤਸਵੀਰਾਂ ਉਸ ਨੂੰ ਇੱਕੋ ਜਿਹੀਆਂ ਲੱਗ ਰਹੀਆਂ ਹਨ। All the same, ਉਸੇ ਵੇਲੇ at the back of his mind, ਤਾਂ ਉਸ ਦੇ ਦਿਮਾਗ ਦੇ ਕਿਸੇ ਕੋਨੇ ਵਿੱਚ, ਉਸ ਦੇ ਦਿਮਾਗ ਦੇ ਪਿੱਛੇ an idea began to take shape, ਇੱਕ ਵਿਚਾਰ ਬਣ ਰਿਹਾ ਸੀ। He saw the possibility of finding an acceptable substitute, ਉਹ ਵਿਚਾਰ ਜੋ ਕਿ ਉਸ ਡੈਮੇਜਡ ਹੋਈ ਫੋਟੋ ਦੇ ਸਵੀਕਾਰ ਕਰਨ ਯੋਗ ਸੰਕਲਪ ਦੀ ਸੰਭਾਵਨਾ ਦੀ ਵਿਚਾਰ ਕਰ ਰਿਹਾ ਸੀ। He brought down the old wooden box in which he had kept all the photographs unclaimed over the years। ਹੁਣ ਉਹਦੇ ਦਿਮਾਗ ਵਿੱਚ ਇਹ ਆਇਆ ਕਿ ਹੋ ਸਕਦਾ ਜੋ ਮੈਂ ਤਸਵੀਰ ਦੇਖ ਰਿਹਾ ਹਾਂ ਉਹ ਸ਼ਾਇਦ ਮੇਰੇ ਦਿਮਾਗ ਦੀ ਥਕਾਵਟ ਕਰਕੇ ਮੈਨੂੰ ਉਸ ਤਸਵੀਰ ਨਾਲ ਮਿਲਦੀ ਜੁਲਦੀ ਲੱਗ ਰਹੀ ਹੈ, ਪਰ ਨਾਲ ਹੀ ਉਸਦੇ ਦਿਮਾਗ ਵਿੱਚ ਇਹ ਆਈਡੀਆ ਆਇਆ ਕਿ ਕਿਉਂ ਨਾ ਉਹ ਉਸ ਲੱਕੜੀ ਦੇ ਸੰਦੂਕ ਦੇ ਵਿੱਚ ਪਈਆਂ ਹੋਈਆਂ ਅਨਕਲੇਮਡ ਫੋਟੋਗ੍ਰਾਫਸ, ਜਿਨ੍ਹਾਂ ਦਾ ਕੋਈ ਵਾਰਿਸ ਨਹੀਂ ਸੀ, ਜਿਨ੍ਹਾਂ ਨੂੰ ਕੋਈ ਲੈਣ ਨਹੀਂ ਆਇਆ ਸੀ ਕਈ ਸਾਲਾਂ ਤੋਂ, ਉਹਦੇ ਵਿੱਚ ਦੇਖੇ ਕਿ ਕੋਈ ਤਸਵੀਰ ਉਸ ਦੇ ਨਾਲ ਜੋ ਕਾਫੀ ਮਿਲਦੀ ਹੋਈ ਹੋਵੇ। As he rummaged in it, ਜਿੱਦਾਂ ਹੀ ਉਸਨੇ ਉਸ ਵਿੱਚ ਛਾਣਬੀਣ ਕੀਤੀ, ਉਸਨੂੰ ਫਰੋਲਿਆ, panicky cockroaches and spiders scurried
complete, helter skelter all over the floor. ਤਾਂ ਉਸ ਵੁਡਨ ਬਾਕਸ ਦੀ ਛਾਣਬੀਨ ਤੇ ਡਰੇ ਹੋਏ ਕਾਕਰੋਚਸ ਅਤੇ ਮੱਖੜੀਆਂ ਇੱਕਦਮ ਸਾਰੇ ਫਰਸ਼ ਤੇ ਤਿੱਤਰ-ਬਿੱਤਰ ਹੋ ਕੇ ਘੁੰਮਣ ਲੱਗ ਪਈਆਂ। ਅਨਮਾਈਂਡਫੁਲ ਆਫ them, ਤੇ ਜਿਹੜੇ ਕਾਕਰੋਚਸ ਤੇ ਸਪਾਈਡਰ ਉਸ ਫਲੋਰ ਤੇ ਖਿਲਰੇ ਉਹਨਾਂ ਵੱਲ ਧਿਆਨ ਦਿੱਤੇ ਬਿਨਾ ਦੱਤਾ anxiously searched for the brownish photographs of the old man's vintage. ਦੱਤਾ ਬੜੀ ਬੇਸਬਰੀ ਦੇ ਨਾਲ ਉਸ ਬਜ਼ੁਰਗ ਵਿਅਕਤੀ ਦੇ ਬਰਾਬਰ ਦੀ ਏਜ ਦੇ ਫੋਟੋਗ੍ਰਾਫਸ ਨੂੰ ਲੱਭਣ ਲੱਗ ਗਿਆ, ਭਾਵ ਉਸ ਬਜ਼ੁਰਗ ਵਿਅਕਤੀ ਦੇ ਸਮੇਂ ਦੀਆਂ ਫੋਟੋਆਂ ਉਹ ਲੱਭਣ ਲੱਗ ਗਿਆ। Soon there was a pile before him. ਛੇਤੀ ਹੀ ਉਹਦੇ ਨਾਲ ਦੀਆਂ ਤਸਵੀਰਾਂ ਦਾ ਉਹਦੇ ਸਾਹਮਣੇ ਢੇਰ ਲੱਗ ਗਿਆ। ਹੀ ਵਾਸ ਸਰਪ੍ਰਾਈਜ਼ਡ, ਉਹ ਬਹੁਤ ਹੈਰਾਨ ਹੋਇਆ। ਹੀ ਕੁਡ ਪਿਕ ਅਪ, ਕਿ ਉਹ ਚੁਣ ਸਕਦਾ ਸੀ ਸੋ ਮੈਨੀ, ਬਹੁਤ ਸਾਰੀਆਂ ਤਸਵੀਰਾਂ ਵਿੱਚ ਕੁਆਲੀਫਾਈਡ ਟੂ ਟੇਕ ਦਾ 올ਡ ਮੈਨਸ ਪਲੇਸ, ਜਿਹੜੀ ਕਿ ਉਸ ਬਜ਼ੁਰਗ ਵਿਅਕਤੀ ਦੀ ਜਗ੍ਹਾ ਲੈਣ ਲਈ ਕੁਆਲੀਫਾਈ ਕਰਦੀਆਂ ਸਨ। ਭਾਵ ਉਸ ਨੂੰ ਲੱਗਦਾ ਸੀ ਕਿ ਸ਼ਾਇਦ ਇੱਕ ਵੀ ਫੋਟੋ ਨਾ ਮਿਲੇ, ਪਰ ਉਸ ਸਾਹਮਣੇ ਉਸ ਬਜ਼ੁਰਗ ਦੇ ਨਾਲ ਮਿਲਦੀਆਂ ਜੁਲਦੀਆਂ ਤਸਵੀਰਾਂ ਦਾ ਢੇਰ ਲੱਗ ਗਿਆ। ਬਟ ਹੀ ਹੈਡ ਟੂ ਰਿਜੈਕਟ ਅ ਲੋਟ ਆਫ them, ਪਰ ਉਸ ਨੂੰ ਉਹਨਾਂ ਵਿੱਚੋਂ ਕਈ ਤਸਵੀਰਾਂ ਨੂੰ ਰਿਜੈਕਟ ਕਰਨਾ ਪਿਆ, ਅਸਵੀਕਾਰ ਕਰਨਾ ਪਿਆ। ਇਨ ਮੋਸਟ ਆਫ ਦਾ ਪੋਰਟਰੇਟਸ ਦ ਸਬਜੈਕਟਸ ਸਪੋਟਡ ਅ ਵੈਰੀ ਕਨਸਪੀਕੂਅਸ ਫਲਾਵਰ ਕੇਸ ਨੈਕਸਟ ਟੂ them। ਕਨਸਪੀਕੂਅਸ ਹੁੰਦਾ ਸਪਸ਼ਟ, ਕਿ ਕਾਫੀ ਸਾਰੀਆਂ ਤਸਵੀਰਾਂ ਦੇ ਵਿੱਚ ਜੋ ਮੇਨ ਵਿਅਕਤੀ ਸੀ ਉਸ ਦੇ ਸਾਹਮਣੇ ਬੜਾ ਸਪਸ਼ਟ ਜਿਹਾ ਸਾਫ਼ ਦਿਖਣ ਵਾਲਾ ਫੁੱਲਾਂ ਦਾ ਗੁਲਦਸਤਾ ਪਿਆ ਹੁੰਦਾ ਸੀ। ਔਰ ਓਵਰ ਡਰੈਸਡ ਗ੍ਰੈਂਡ ਚਿਲਡਰਨ ਸੈਟ ਔਨ देयर ਲੈਪਸ ਐਂਡ देयरफॉर हैड टू बी ਰਿਜੈਕਟਡ। ਤੇ ਜਾਂ ਕਾਫੀ ਫੈਂਸੀ ਕੱਪੜੇ ਪਾਏ ਹੋਏ ਉਹਨਾਂ ਦੇ ਪੋਤੇ ਪੋਤਰੀਆਂ, ਦੋਤੇ ਦੋਤਰੀਆਂ, ਉਹਨਾਂ ਦੇ ਗ੍ਰੈਂਡ ਚਿਲਡਰਨ ਉਹਨਾਂ ਦੀ ਗੋਦ ਵਿੱਚ ਬੈਠੇ ਹੁੰਦੇ, ਇਸ ਕਰਕੇ ਉਸ ਨੂੰ ਉਹ ਫੋਟੋ ਵੀ ਰਿਜੈਕਟ ਕਰਨੀ ਪੈਂਦੀ। ਲਕੀਲੀ, ਖੁਸ਼ਕਿਸਮਤੀ ਨਾਲ, देयर वाज वन विद which ਦੱਤਾ felt he could take a fair risk। ਦੱਤਾ ਨੂੰ ਉਹਨਾਂ ਵਿੱਚੋਂ ਇੱਕ ਇਹੋ ਜਿਹੀ ਤਸਵੀਰ ਮਿਲ ਗਈ ਜਿਸ ਨਾਲ ਉਸ ਨੂੰ ਲੱਗਿਆ ਕਿ ਉਹ ਇੱਕ ਅੱਛਾ ਖਾਸਾ ਰਿਸਕ ਲੈ ਸਕਦਾ ਹੈ। The print had yellowed a bit noticeably। ਉਸ ਤਸਵੀਰ ਵਿੱਚ ਸਾਫ਼ ਦਿਸਣ ਵਾਲਾ ਇੱਕ ਪੀਲਾਪਨ ਆ ਚੁੱਕਾ ਸੀ। But he calculated that the total effect when put in a dazzling gold frame would render it safe। ਤਾਂ ਉਸਨੇ ਅਨੁਮਾਨ ਲਗਾਇਆ ਕਿ ਜਦੋਂ ਉਸਨੇ ਇਸ ਉੱਤੇ ਇੱਕ ਸੁਨਹਿਰੀ ਚਮਕਦਾ ਹੋਇਆ ਫਰੇਮ ਲਗਾ ਦਿੱਤਾ ਤਾਂ ਉਸ ਨੂੰ ਇੱਕ ਸੁਰੱਖਿਅਤ ਟੋਟਲ ਇਫੈਕਟ ਮਿਲੇਗਾ ਜੋ ਕਿ ਕਾਫੀ ਅੱਛਾ ਹੋਏਗਾ। ਆਫਟਰ ਅ ਕਪਲ ਆਫ ਆਵਰਸ ਕੰਸੈਂਟਰੇਟਡ ਵਰਕ, ਕੁਝ ਘੰਟਿਆਂ ਦੇ ਧਿਆਨ ਨਾਲ ਲਗਾ ਕੇ ਕੀਤੇ ਹੋਏ ਕੰਮ ਤੋਂ ਬਾਅਦ, ਹੀ ਸੈਟ ਬੈਕ, ਉਹ ਆਰਾਮ ਨਾਲ ਬੈਠ ਗਿਆ, ਐਂਡ ਪ੍ਰਾਊਡਲੀ ਸਰਵੇਡ ਦਾ 올ਡ ਮੈਨਸ ਡਬਲ, ਅਤੇ ਬੜੇ ਮਾਣ ਦੇ ਨਾਲ ਉਸਨੇ ਜੋ ਉਸ ਬਜ਼ੁਰਗ ਦਾ ਡਬਲ ਰੋਲ ਸੀ, ਭਾਵ ਦੂਸਰੀ ਤਸਵੀਰ, ਉਹਦੇ ਵੱਲ ਬੜੇ ਮਾਣ ਨਾਲ ਉਹ ਦੇਖਣ ਲੱਗ ਪਿਆ। ਲੁਕਿੰਗ ਰੈਸਪਲੈਂਡੈਂਟ ਇਨ ਹਿਜ਼ 골ਡ ਫਰੇਮ, ਜੋ ਕਿ ਆਪਣੇ ਸੁਨਹਿਰੀ ਫਰੇਮ ਵਿੱਚ ਬਹੁਤ ਸ਼ਾਨਦਾਰ ਲੱਗ ਰਿਹਾ ਸੀ। ਹੀ ਵਾਸ ਸੋ ਪਲੀਜ਼ਡ ਵਿਦ ਹਿਜ਼ ਅਚੀਵਮੈਂਟ, ਦੱਤਾ ਆਪਣੀ ਇਸ ਪ੍ਰਾਪਤੀ ਦੇ ਨਾਲ ਬਹੁਤ ਖੁਸ਼ ਸੀ। ਦੈਟ ਹੀ ਫੋਰਗੋਟ, ਕਿ ਉਹ ਭੁੱਲ ਹੀ ਗਿਆ ਸੀ। ਹੀ ਵਾਸ ਟੇਕਿੰਗ ਪਰਹੈਪਸ ਵਨ ਆਫ ਦ ਗ੍ਰੇਟੈਸਟ ਰਿਸਕਸ ਐਨੀ ਫਰੇਮ ਮੇਕਰ ਐਵਰ ਟੁਕ। ਉਸਨੇ ਹੁਣ ਤੱਕ ਦਾ ਸਭ ਤੋਂ ਵੱਡਾ ਜ਼ੋਖਮ ਲਿਆ ਸੀ ਜਿਹੜਾ ਕਿ ਹੁਣ ਤੱਕ ਕਿਸੇ ਵੀ ਫਰੇਮ ਮੇਕਰ ਨੇ ਨਹੀਂ ਲਿਆ ਸੀ। ਹੀ ਈਵਨ ਬਿਕੇਮ ਬੋਲਡ ਇਨਫ ਟੂ ਚੈਲੰਜ ਦ ਕਸਟਮਰ, ਉਹ ਤਾਂ ਹੁਣ ਇੰਨਾ ਕੁ ਸਾਹਸੀ ਹੋ ਗਿਆ ਸੀ, ਬਹਾਦਰ ਹੋ ਗਿਆ ਸੀ ਕਿ ਉਹ ਕਸਟਮਰ ਨੂੰ ਵੀ ਚੈਲੰਜ ਕਰਨ ਲਈ ਤਿਆਰ ਸੀ। ਇਫ ਹਿਜ਼ ਫੇਕਿੰਗ ਵਾਸ ਡਿਸਕਵਰਡ, ਕਿ ਜੇ ਉਸ ਦਾ ਜਿਹੜਾ ਝੂਠ ਹੈ ਫੜਿਆ ਜਾਂਦਾ ਹੈ ਤਾਂ ਉਹ ਸੋਚਦਾ ਸੀ ਕਿ ਮੈਂ ਤਾਂ ਕਸਟਮਰ ਨੂੰ ਵੀ ਚੈਲੰਜ ਕਰ ਦਾਂਗਾ ਤੇ ਉਹਨੂੰ ਕਹਾਂਗਾ, ਲੁੱਕ ਮਾਈ ਡੀਅਰ ਮੈਨ, ਕਿ ਦੇਖੋ ਮੇਰੇ ਪਿਆਰੇ। ਹੀ ਵੁੱਡ ਸੇ, ਉਹ ਕਹੇਗਾ, ਆਈ ਡੋਂਟ ਨੋ ਹੂ ਹੈਜ਼ ਬੀਨ ਫੂਲਿੰਗ ਯੂ, ਮੈਨੂੰ ਨਹੀਂ ਪਤਾ ਕਿ ਤੈਨੂੰ ਕੌਣ ਮੂਰਖ ਬਣਾ ਰਿਹਾ ਹੈ। ਦੈਟਸ ਦ ਪਿਕਚਰ ਯੂ ਬ੍ਰੌਟ ਹੇਅਰ ਫॉर ਫਰੇਮਿੰਗ, ਕਿ ਇਹੀ ਪਿਕਚਰ ਸੀ ਜਿਹੜੀ ਤੂੰ ਫਰੇਮ ਕਰਨ ਲਈ ਇੱਥੇ ਲੈ ਕੇ ਆਇਆ ਸੀ। ਟੇਕ ਇਟ ਔਰ ਥਰੋ ਇਟ ਅਵੇ, ਇਹ ਹੁਣ ਤੁਹਾਡੀ ਮਰਜ਼ੀ ਹੈ ਕਿ ਇਸ ਨੂੰ ਜੇ ਤੁਸੀਂ ਰੱਖਣਾ ਚਾਹੁੰਦੇ ਹੋ ਤਾਂ ਰੱਖ ਲਓ ਤੇ ਜੇ ਇਸ ਨੂੰ ਸੁੱਟਣਾ ਚਾਹੁੰਦੇ ਹੋ ਤਾਂ ਸੁੱਟ ਲਓ। ਦ ਡੇਜ਼ ਦੈਟ ਫੋਲੋਡ ਵਰ ਫਿਲਡ ਵਿਦ ਸਸਪੈਂਸ ਐਂਡ ਐਂਗਜ਼ਾਇਟੀ, ਉਸ ਫਰੇਮ ਦੇ ਵਿੱਚ ਉਹ ਡੁਪਲੀਕੇਟ ਪਿਕਚਰ ਲਾਉਣ ਤੋਂ ਬਾਅਦ ਦੇ ਦਿਨ ਬੜੀ ਹੀ ਦੁਬਿਧਾ ਵਾਲੇ ਅਤੇ ਉਤੇਜਨਾ ਭਰਪੂਰ ਸਨ।